ਸਭੋ ਕੁਛ ਹੋ ਸਕਦਾ ਹੈ। ਤਾਂ ਅਗਰ ਇਹ ਸਭ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਜੇ ਠੀਕ ਹੋ ਚੁੱਕੀਆਂ ਆ, ਤਾਂ ਫਿਰ ਜ਼ਰੂਰ ਤੁਸੀਂ ਦੇਖਿਓ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਆ ਚੁੱਕਿਆ। ਪਰ ਜੇਕਰ ਅਜੇ ਵੀ ਸਾਡੀਆਂ ਅੱਖਾਂ ਵਿੱਚ ਹਵਸ ਆ, ਸਾਡੀਆਂ ਅੱਖਾਂ ਦੇ ਵਿੱਚ ਗੰਦ-ਮੰਦ ਆ, ਸਾਡੇ ਅੱਖਰ ਗੰਦੇ ਆ, ਅਸੀਂ ਲਿਖਦੇ ਗੰਦਾ ਆ, ਅਸੀਂ ਬੋਲਦੇ ਗੰਦਾ ਆ, ਅਸੀਂ ਦੇਖਦੇ ਗੰਦਾ ਆ, ਗੰਦੀਆਂ ਚੀਜ਼ਾਂ ਹੀ ਸਾਨੂੰ ਸੁਣਨ ਨੂੰ ਚੰਗੀਆਂ ਲੱਗਦੀਆਂ, ਤਾਂ ਅਜੇ ਤਾਂ ਅਸੀਂ ਪਰਮੇਸ਼ਵਰ ਤੋਂ ਫਿਰ ਕੋਹਾਂ-ਕੋਹਾਂ ਨਹੀਂ, ਅਸੀਂ ਤਾਂ ਪਤਾ ਨਹੀਂ ਕਿੱਥੇ ਜ਼ਮੀਨ ਅਸਮਾਨ ਦੀ ਦੂਰੀ ਤੇ ਬੈਠੇ ਹਾਂ। ਫਿਰ ਤਾਂ ਅਭਿਸ਼ੇਕ ਨਾਂ ਦੀ ਕੋਈ ਚੀਜ਼ ਸਾਡੇ ਏਦਾਂ ਕਹਿ ਲਓ ਕਿ ਸਾਡੇ ਲਾਗੋਂ ਦੀ ਵੀ ਨਹੀਂ ਲੰਘੀ। ਤਾਂ ਇਹ ਚੀਜ਼ਾਂ ਜਿਹੜੀਆਂ ਆ, ਇਹ ਸਾਨੂੰ ਜ਼ਾਹਿਰ ਕਰਦੀਆਂ ਆ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਆ ਚੁੱਕਾ ਆ ਕਿ ਨਹੀਂ। ਔਰ ਜਿਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਆ ਜਾਂਦਾ ਆ, ਅਭਿਸ਼ੇਕ ਦਾ ਮਤਲਬ ਹੀ ਅਭਿਸ਼ਿਕਤ ਕੀਤੇ ਹੋਏ ਦਾ ਮਤਲਬ ਆ ਕਿ ਉਹ ਦੂਜਿਆਂ ਨਾਲੋਂ ਵੱਖ ਜਿਹੜਾ ਆ, ਉਹ ਕਰ ਲਿਆ ਗਿਆ ਆ। ਤਾਂ ਅਗਰ ਪਰਮੇਸ਼ਵਰ ਨੇ ਸਾਨੂੰ ਦੂਜਿਆਂ ਨਾਲੋਂ ਵੱਖ ਕਰ ਲਿਆ ਆ, ਤਦ ਸਾਡਾ ਜਿਹੜਾ ਆ ਸੁਭਾਅ ਵੀ ਦੂਜਿਆਂ ਨਾਲੋਂ ਵੱਖਰਾ ਹੋਣਾ ਚਾਹੀਦਾ ਆ। ਅਗਰ ਸਾਰਾ ਸੰਸਾਰ ਜਿਹੜਾ ਆ ਉਹ ਗਲਤ ਕੰਮ ਦੇ ਵਿੱਚ ਆ, ਤਾਂ ਵੱਖ ਕੀਤੇ ਹੋਏ ਜਿਹੜੇ ਆ ਉਹ ਬਿਲਕੁਲ ਉਹਨਾਂ ਦੇ ਨਾਲੋਂ ਧਾਰਮਿਕਤਾ ਦੇ ਵਿੱਚ ਤੇ ਪਵਿੱਤਰਤਾਈ ਦੇ ਵਿੱਚ ਹੋਣੇ ਚਾਹੀਦੇ ਆ। ਅਗਰ ਸੰਸਾਰ ਦੇ ਵਿੱਚ ਪਾਪ ਆ, ਤਾਂ ਜਿਹੜੇ ਵੱਖ ਕੀਤੇ ਹੋਏ ਉਹਨਾਂ ਦੇ ਜੀਵਨ 'ਚ ਧਾਰਮਿਕਤਾ ਹੋਣੀ ਚਾਹੀਦੀ ਆ। ਅਗਰ ਸੰਸਾਰ ਵਿੱਚ ਲੜਾਈ ਆ, ਤੇ ਜਿਹੜੇ ਵੱਖ ਕੀਤੇ ਹੋਏ ਆ ਉਹਨਾਂ ਦੇ ਜੀਵਨ ਦੇ ਵਿੱਚ ਪ੍ਰੇਮ ਤੇ ਸੰਜਮ ਹੋਣਾ ਚਾਹੀਦਾ ਆ। ਅਗਰ ਸੰਸਾਰ ਦੇ ਵਿੱਚ ਗੁੱਸਾ ਆ, ਤੇ ਜਿਹੜੇ ਵੱਖ ਕੀਤੇ ਗਏ ਆ ਉਹਨਾਂ ਦੇ ਵਿੱਚ ਮਾਫ਼ੀ ਹੋਣੀ ਚਾਹੀਦੀ ਆ। ਤਾਂ ਤੁਸੀਂ ਦੇਖੋ ਕਿ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਅਨੋਇੰਟਿੰਗ ਆ ਚੁੱਕੀ ਕਿ ਨਹੀਂ? ਮਤਲਬ ਤੁਹਾਡੇ ਜੀਵਨ ਦੇ ਵਿੱਚ ਸ਼ਾਂਤੀ ਆ ਚੁੱਕੀ ਕਿ ਨਹੀਂ? ਤੁਹਾਡੇ ਜੀਵਨ ਦੇ ਵਿੱਚ ਆਨੰਦ ਦੀ ਅਵਸਥਾ ਬਣ ਚੁੱਕੀ ਕਿ ਨਹੀਂ? ਤੁਹਾਡੇ ਜੀਵਨ ਦੇ ਵਿੱਚ ਮਾਫ਼ ਕਰਨ ਵਾਲਾ ਸੁਭਾਅ, ਮਾਫ਼ ਕਰਨ ਵਾਲਾ ਦਿਲ ਜਿਹੜਾ ਆ, ਉਹ ਤੁਹਾਡੇ ਅੰਦਰ ਪੈਦਾ ਹੋ ਚੁੱਕਾ ਕਿ ਨਹੀਂ? ਲੜਾਈ ਝਗੜੇ ਤੁਹਾਡੇ ਅੰਦਰੋਂ ਖਤਮ ਹੋ ਚੁੱਕੇ ਕਿ ਨਹੀਂ? ਤਾਂ ਇਹ ਸਭ ਚੀਜ਼ਾਂ ਜਿਹੜੀਆਂ ਆ, ਇਹ ਤੁਹਾਨੂੰ ਜ਼ਾਹਿਰ ਕਰਨਗੀਆਂ ਕਿ ਤੁਸੀਂ ਪਰਮੇਸ਼ਵਰ ਦੇ ਅਭਿਸ਼ੇਕ ਤੋਂ, ਤੁਸੀਂ ਪਰਮੇਸ਼ਵਰ ਦੇ ਵੱਲੋਂ ਜਿਹੜਾ ਆ ਉਹ ਚੁਣੇ ਹੋਏ ਹੋ। ਤਾਂ ਤੁਸੀਂ ਦੇਖੋ, ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਵੀ ਸ਼ੁਰੂਆਤ ਕੀਤੀ ਆਪਣੀ ਸੇਵਕਾਈ ਦੀ, ਤਾਂ ਪਹਿਲਾਂ ਪ੍ਰਭੂ ਯਿਸੂ ਮਸੀਹ ਫਾਸਟਿੰਗ ਦੇ ਵਿੱਚ ਗਏ। ਫਿਰ ਉਸ ਦੇ ਬਾਅਦ ਵਿੱਚ ਪ੍ਰਭੂ ਯਿਸੂ ਮਸੀਹ ਜਦੋਂ ਵਾਪਸ ਆਏ ਉਸ ਉਜਾੜ ਦੇ ਵਿੱਚੋਂ, ਉਸ ਫਾਸਟਿੰਗ ਦੇ ਵਿੱਚੋਂ ਜਦੋਂ ਵਾਪਸ ਆਏ, ਤੇ ਉਹਨਾਂ ਨੇ ਯਸਾਯਾਹ ਨਬੀ ਦੀ ਪੋਥੀ ਵਿੱਚ ਜਿਹੜਾ ਵਚਨ ਲਿਖਿਆ ਹੋਇਆ ਸੀ, ਮੇਰੇ ਖਿਆਲ 'ਚ ਯਸਾਯਾਹ ਦੀ ਪੋਥੀ ਦੇ ਵਿੱਚ 61 ਨੰਬਰ ਦੇ ਵਿੱਚ ਹੀ ਜਿਹੜਾ ਆ, ਉਹਦੀਆਂ ਪਹਿਲੀਆਂ 2-3 ਆਇਤਾਂ ਦੇ ਵਿੱਚ ਉਹ ਲਿਖਿਆ ਹੋਇਆ ਆ। ਪਰ ਲੂਕਾ ਦੀ ਕਿਤਾਬ ਦੇ ਵਿੱਚ ਜਿਹੜਾ ਆ, ਉਹ 18 ਨੰਬਰ ਪੰਕਤੀ ਦੇ ਵਿੱਚ, ਆਜੋ ਆਪਾਂ ਦੇਖ ਲੈਂਦੇ ਆ। 17 ਦੇ ਵਿੱਚ ਹੀ ਆਪਾਂ ਦੇਖਦੇ ਹਾਂ। ਲੂਕਾ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਤੇ ਉਹਦੀ 17-18 ਪੰਕਤੀ 'ਚ ਏਦਾਂ ਲਿਖਿਆ ਆ। ਕਹਿੰਦਾ, ਅਤੇ ਯਸਾਯਾਹ ਨਬੀ ਦੀ ਪੋਥੀ ਉਹਨੂੰ ਦਿੱਤੀ ਗਈ, ਅਤੇ ਉਸਨੇ ਪੋਥੀ ਖੋਲ ਕੇ ਉਹ ਥਾਂ ਕੱਢਿਆ ਜਿੱਥੇ ਉਹ ਲਿਖਿਆ ਹੋਇਆ ਸੀ। ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਮੈਨੂੰ ਘੱਲਿਆ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ, ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ। ਸੋ ਇਹ ਪ੍ਰਭੂ ਯਿਸੂ ਮਸੀਹ ਨੇ ਮਤਲਬ ਇੱਕ ਲੋਕਾਂ ਦੇ ਝੁੰਡ ਦੇ ਵਿੱਚ ਆਣ ਕੇ ਇਹ ਪੋਥੀ ਪੜ੍ਹੀ ਆ। ਔਰ ਉਹਨਾਂ ਨੇ ਇਹੀ ਕਿਉਂ ਉੱਥੋਂ ਸ਼ੁਰੂ ਕੀਤਾ? ਇਹੀ ਜਿਹੜੇ ਅੱਖਰ ਸੀਗੇ ਉਸ ਪੋਥੀ ਦੇ ਕਿਉਂ ਪੜ੍ਹੇ? ਕਿਉਂਕਿ ਉਹਨਾਂ ਨੇ ਦੱਸਿਆ ਕਿ ਜਿਸ ਮਸਾ ਕੀਤੇ ਹੋਏ ਨੂੰ ਤੁਸੀਂ ਉਡੀਕ ਰਹੇ ਹੋ, ਜਿਸ ਮਸੀਹ ਨੂੰ ਤੁਸੀਂ ਉਡੀਕ ਰਹੇ ਹੋ, ਉਹ ਮੈਂ ਹੀ ਆ। ਮੇਰੇ ਉੱਤੇ ਪਰਮੇਸ਼ਵਰ ਦਾ ਜਿਹੜਾ ਆ ਆਤਮਾ ਆ, ਔਰ ਪਰਮੇਸ਼ਵਰ ਨੇ ਮੈਨੂੰ ਮਸਾ ਕੀਤਾ ਆ। ਕਿ ਇਸ ਕੰਮ ਦੇ ਲਈ ਮਸਾ ਕੀਤਾ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਬੰਧੂਆਂ ਨੂੰ ਛੁੱਟਣ ਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ। ਬੰਧੂਆਂ ਨੂੰ ਛੁੱਟਣ ਤੇ ਅੰਨ੍ਹਿਆਂ ਨੂੰ ਦੇਖਣ ਦੇ ਪ੍ਰਚਾਰ ਦਾ ਕੀ ਮਤਲਬ ਆ? ਉਹ ਲੋਕੀ ਜਿਹੜੇ ਆਤਮਿਕ ਰੀਤੀ ਦੇ ਨਾਲ ਅੰਨੇ ਆ, ਉਹ ਲੋਕੀ ਜਿਹੜੇ ਆਤਮਿਕ ਬੰਧਨਾਂ ਦੇ ਵਿੱਚ ਬੰਨੇ ਹੋਏ ਆ, ਉਹਨਾਂ ਦੇ ਜੀਵਨ ਨੂੰ ਆਜ਼ਾਦ ਕਰਨ ਦੇ ਲਈ, ਉਹਨਾਂ ਦੀਆਂ ਆਤਮਿਕ ਅੱਖਾਂ ਨੂੰ ਖੋਲਣ ਦੇ ਲਈ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਇਹ ਲਿਖਤਾਂ ਲਿਖੀਆਂ ਗਈਆਂ ਸੀਗੀਆਂ ਕਿ ਪ੍ਰਭੂ ਯਿਸੂ ਮਸੀਹ ਉਸ ਚੀਜ਼ ਦਾ ਪ੍ਰਚਾਰ ਕਰਨ ਦੇ ਲਈ ਆਏ ਸੀ। ਸੋ ਅਗਰ ਸਾਡੇ ਜੀਵਨ ਦੇ ਵਿੱਚ ਮਸਾ ਆ, ਤਾਂ ਸਾਡੇ ਜੀਵਨ ਦੇ ਵਿੱਚ ਅਗਰ ਪਰਮੇਸ਼ਵਰ ਦਾ ਮਸਾ ਆ, ਫਸਟ ਆਫ ਆਲ ਵੀ ਹੈਵ ਟੂ ਨੋ ਕਿ ਮਸਾ ਜਿਹੜਾ ਆ ਨਾ, ਉਹ ਡਿਫਰੈਂਟ ਤਰੀਕੇ ਦਾ ਆ। ਪਰਮੇਸ਼ਵਰ ਦਾ ਮਸਾ ਹੋ ਰਿਹਾ, ਤੇ ਮਸੀਹ ਵਿਰੋਧੀ ਦਾ ਜਿਹੜਾ ਮਸਾ ਆ ਨਾ, ਉਹ ਹੋ ਰਿਹਾ। ਸੋ ਅਨੋਇੰਟਿੰਗ ਆ, ਡਿਫਰੈਂਟ ਤਰੀਕੇ ਦੀ ਅਨੋਇੰਟਿੰਗ ਆ।
ਪਰਮੇਸ਼ਵਰ ਦੀ ਅਨੋਇੰਟਿੰਗ ਇੱਕ ਹੀ ਤਰ੍ਹਾਂ ਦੀ ਅਨੋਇੰਟਿੰਗ ਆ, ਔਰ ਜਿਹੜੀ ਦੂਜੀ ਆ ਡਾਰਕ ਅਨੋਇੰਟਿੰਗ, ਜਿਹਨੂੰ ਮੈਂ ਕਹਿ ਦੂੰਗੀ ਬਲੈਕ ਆ, ਡਾਰਕਨੈਸ ਆ, ਇਹ ਅਨੋਇੰਟਿੰਗ ਲਾਈਟ ਆ। ਪਰਮੇਸ਼ਵਰ ਇੱਕ ਲਾਈਟ ਆ, ਜਿਹੜੀ ਲਾਈਟ ਦੀ ਅਨੋਇੰਟਿੰਗ ਆ ਉਹਦੇ ਚ ਬ੍ਰਾਈਟਨੈਸ ਆ, ਉਹ ਡਿਫਰੈਂਟ ਆ, ਔਰ ਜਿਹੜੀ ਡਾਰਕਨੈਸ ਆ ਉਹਦੀ ਅਨੋਇੰਟਿੰਗ ਕੰਪਲੀਟਲੀ ਡਿਫਰੈਂਟ ਆ। ਦੁਸ਼ਟ ਦੀ ਜਿਹੜੀ ਦੁਸ਼ਟ ਦਾ ਅਭਿਸ਼ੇਕ ਆ, ਅਭਿਸ਼ੇਕ ਉਹ ਵੀ ਕਰਦਾ ਹੈ ਆਪਣੇ ਲੋਕਾਂ ਨੂੰ, ਪਰ ਦੁਸ਼ਟ ਦਾ ਅਭਿਸ਼ੇਕ ਹੋ ਰਿਹਾ ਔਰ ਪਰਮੇਸ਼ਵਰ ਦਾ ਅਭਿਸ਼ੇਕ ਹੋ ਰਿਹਾ। ਪਰ ਪਰਮੇਸ਼ਵਰ ਦਾ ਅਭਿਸ਼ੇਕ ਇੱਕ ਹੀ ਤਰ੍ਹਾਂ ਦਾ ਅਭਿਸ਼ੇਕ ਆ, ਦੂਸਰੇ ਦਾ ਤੇ ਅਸੀਂ ਜ਼ਿਕਰ ਵੀ ਨਹੀਂ ਕਰਾਂਗੇ। ਤਾਂ ਪਰਮੇਸ਼ਵਰ ਦਾ ਅਭਿਸ਼ੇਕ ਇੱਕ ਹੀ ਤਰ੍ਹਾਂ ਦਾ ਅਭਿਸ਼ੇਕ ਆ। ਇਸ ਚੀਜ਼ ਨੂੰ ਸਾਨੂੰ ਜਿਹੜਾ ਹੈ ਸਮਝਣਾ ਹੋਊਗਾ। ਔਰ ਜੋ ਪਰਮੇਸ਼ਵਰ ਦੇ ਅਭਿਸ਼ੇਕ ਪ੍ਰਭੂ ਯਿਸੂ ਮਸੀਹ ਦੇ ਉੱਤੇ ਆਇਆ, ਸੇਮ ਹੀ ਉਹ ਜਦੋਂ ਕਿਸੇ ਹੋਰ ਦੇ ਉੱਤੇ ਵੀ ਅਭਿਸ਼ੇਕ ਆਏਗਾ ਤਾਂ ਉਹੀ ਕੰਮ ਜਿਹੜੇ ਆ ਉਹ ਇਨਸਾਨ ਵੀ ਕਰੇਗਾ। ਕਿਉਂ? ਕਿਉਂਕਿ ਅਨੋਇੰਟਿੰਗ ਸੇਮ ਆ। ਉਹ ਅਨੋਇੰਟਿੰਗ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਉੱਤੇ ਪਰਮੇਸ਼ਵਰ ਦੀ ਵਚਨ ਦੇ ਵਿੱਚ ਲਿਖਿਆ, ਕਹਿੰਦਾ ਜੇ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਤੇ ਅਸੀਂ ਵੀ ਜੀ ਉੱਠਾਂਗੇ। ਕਹਿੰਦਾ ਉਹ ਆਤਮਾ ਜਿਹਨੇ ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਉੱਠਣ ਦੀ ਸਮਰਥ ਬਖਸ਼ੀ, ਜਿਹਨੇ ਮੁਰਦਿਆਂ ਚੋਂ ਉਹਨੂੰ ਉਠਾਇਆ, ਕਹਿੰਦਾ ਉਹ ਆਤਮਾ ਸਾਡੀ ਵੀ ਮਦਦ ਜ਼ਰੂਰ ਕਰੇਗਾ। ਉਹੀ ਆਤਮਾ ਕਹਿੰਦਾ ਪਿਤਾ ਨੇ ਤੁਹਾਨੂੰ ਦਿੱਤਾ। ਤਾਂ ਇਟ ਮੀਨ ਸੇਮ ਅਨੋਇੰਟਿੰਗ। परमेश्वर दा आत्मा मतलब परमेश्वर दा सामर्थ, परमेश्वर दी अनॉइंटिंग मतलब परमेश्वर दी सामर्थ, परमेश्वर दी अनॉइंटिंग मतलब पावर ऑफ गॉड। ਤਾਂ ਇਹ ਪਾਵਰ ਆਫ ਗॉड ਹੈ। ਸੋ ਇਸ ਲਈ ਅਸੀਂ ਇਸ ਚੀਜ਼ ਨੂੰ ਸਮਝਣਾ ਹੋਊਗਾ ਕਿ ਪਰਮੇਸ਼ਵਰ ਦਾ ਮਸਾ ਪ੍ਰਭੂ ਯਿਸੂ ਮਸੀਹ ਉੱਤੇ ਸੀ। ਤਾਂ ਪ੍ਰਭੂ ਯਿਸੂ ਮਸੀਹ ਨੇ ਉਸ ਮਸਾ ਦੇ ਨਾਲ ਕੀ ਕੀਤਾ? ਤਾਂ ਅਗਰ ਪ੍ਰਭੂ ਦਾ ਮਸਾ ਪ੍ਰਭੂ ਯਿਸੂ ਮਸੀਹ ਉੱਤੇ ਆਇਆ ਤੇ ਉਹਨਾਂ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਉਹਨਾਂ ਨੇ ਆਤਮਿਕ ਅੰਨਿਆਂ ਨੂੰ ਸੁਜਾਖਾ ਕੀਤਾ ਕਿ ਉਹ ਹਕੀਕਤ ਨੂੰ ਸਮਝਣ, ਉਹ ਸੱਚਾਈ ਨੂੰ ਸਮਝਣ ਕਿ ਸੱਚਾਈ ਕੀ ਆ। ਤਾਂ ਇਹਦਾ ਮਤਲਬ ਕਿ ਜਿੰਨੇ ਵੀ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਸਾਡੇ ਜੀਵਨ ਵਿੱਚ ਪਰਮੇਸ਼ਵਰ ਦਾ ਮਸਾ ਆ, ਜਾਂ ਜਿੰਨੇ ਵੀ ਇਹ ਸਮਝਦੇ ਆ ਕਿ ਸਾਡੇ ਜੀਵਨ ਵਿੱਚ ਪਰਮੇਸ਼ਵਰ ਦਾ ਮਸਾ ਆ, ਅਗਰ ਉਹਨਾਂ ਨੂੰ ਫੀਲ ਹੁੰਦਾ ਆ ਤਾਂ ਉਹਨਾਂ ਦੇ ਕੰਮ ਪ੍ਰਭੂ ਯਿਸੂ ਮਸੀਹ ਵਾਲੇ ਕੰਮ ਹੋਣੇ ਚਾਹੀਦੇ ਆ। ਉਹਨਾਂ ਦੇ ਕੰਮ ਜਿਹੜੇ ਆ ਉਹ ਬਾਈਬਲ ਬੇਸਡ ਕੰਮ ਹੋਣੇ ਚਾਹੀਦੇ ਆ। ਉਹਨਾਂ ਦੇ ਜਿਹੜੇ ਕੰਮ ਆ ਉਹ ਕੰਮ ਪਰਮੇਸ਼ਵਰ ਦੇ ਕੰਮਾਂ ਨਾਲ ਰਲਣੇ ਚਾਹੀਦੇ ਆ। ਉਹਨਾਂ ਦਾ ਸੁਭਾਅ ਪਰਮੇਸ਼ਵਰ ਦੇ ਸੁਭਾਅ ਨਾਲ ਰਲਣਾ ਚਾਹੀਦਾ ਆ। ਅਗਰ ਅੱਜ ਵੀ ਅਸੀਂ ਇਹ ਕਹਿੰਦੇ ਆ ਕਿ ਸਾਡੇ ਉੱਤੇ ਪਰਮੇਸ਼ਵਰ ਦਾ ਮਸਾ ਆ, ਪਰ ਅਸੀਂ ਲੜੀ ਜਾ ਰਹੇ ਹਾਂ, ਅਸੀਂ ਭਰਾ ਦੇ ਨਾਲ ਸਾਡੀ ਨਹੀਂ ਬਣ ਰਹੀ, ਸਾਡੀ ਆਪਣੀ ਭੈਣ ਦੇ ਨਾਲ ਨਹੀਂ ਬਣ ਰਹੀ, ਸਾਡੀ ਆਪਣੇ ਪੇਰੈਂਟਸ ਦੇ ਨਾਲ ਨਹੀਂ ਬਣ ਰਹੀ, ਅਸੀਂ ਕਿਸੇ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰ ਰਹੇ, ਅਸੀਂ ਕਿਸੇ ਨੂੰ ਮਾਫ ਕਰਨ ਦੀ ਹਿੰਮਤ ਨਹੀਂ ਰੱਖਦੇ, ਤਾਂ ਇਟ ਮੀਨ ਅਸੀਂ ਗਲਤਫਹਿਮੀ ਦੇ ਵਿੱਚ ਹਾਂ। ਅਸੀਂ ਬਹੁਤ ਵੱਡੀ ਜਿਹੜੀ ਆ ਉਹ ਗਲਤਫਹਿਮੀ ਦੇ ਵਿੱਚ ਹੈ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਅਨੋਇੰਟਿੰਗ ਆ। ਕਿਉਂਕਿ ਪਰਮੇਸ਼ਵਰ ਦੀ ਅਨੋਇੰਟਿੰਗ ਸਾਨੂੰ ਲੜਨਾ ਨਹੀਂ ਸਿਖਾਉਂਦੀ। ਪਰਮੇਸ਼ਵਰ ਦੀ ਅਨੋਇੰਟਿੰਗ ਸਾਨੂੰ ਪਾਪ ਵਿੱਚ ਨਹੀਂ ਧੱਕਦੀ। ਪਰਮੇਸ਼ਵਰ ਦੀ ਅਨੋਇੰਟਿੰਗ ਸਾਨੂੰ ਗਾਲਾਂ ਕੱਢਣੀਆਂ ਨਹੀਂ ਸਿਖਾਉਂਦੀ। ਪਰਮੇਸ਼ਵਰ ਦੀ ਅਨੋਇੰਟਿੰਗ ਜਿਹੜੀ ਆ ਉਹ ਸਾਨੂੰ ਭਿੰਨ ਭੇਤ ਕਰਨਾ ਨਹੀਂ ਸਿਖਾਉਂਦੀ। ਸੋ ਪਰਮੇਸ਼ਵਰ ਦੀ ਅਨੋਇੰਟਿੰਗ ਜਿਹੜੀ ਆ ਨਾ ਉਹ ਸਾਨੂੰ ਧਰਮ ਦੀ ਖੇਡ ਖੇਡਣਾ ਨਹੀਂ ਸਿਖਾਉਂਦੀ। ਪਰਮੇਸ਼ਵਰ ਨੇ ਇਨਸਾਨ ਬਣਾਇਆ, ਧਰਮ ਇਨਸਾਨਾਂ ਨੇ ਬਣਾਏ। ਫਸਟ ਆਫ ਆਲ ਵੀ ਹੈਵ ਟੂ ਨੋ ਪਰਮੇਸ਼ਵਰ ਨੇ ਇਨਸਾਨ ਬਣਾਏ, ਪਰ ਇਨਸਾਨਾਂ ਨੇ ਅੱਗੇ ਧਰਮ ਬਣਾ ਦਿੱਤੇ। ਉਹਨਾਂ ਨੇ ਅੱਗੇ ਆਪਣੇ ਗਰੁੱਪਸ ਬਣਾ ਲਏ, ਉਹਨਾਂ ਨੇ ਆਪਣਾ ਸਾਰਾ ਜਿਹੜੀਆਂ ਚੀਜ਼ਾਂ ਆ ਉਹ ਚੀਜ਼ਾਂ ਪੈਦਾ ਕੀਤੀਆਂ। ਪਰਮੇਸ਼ਵਰ ਨੇ ਤੇ ਆਦਮ ਨੂੰ ਬਣਾਇਆ, ਇੱਕ ਇਨਸਾਨ ਨੂੰ ਬਣਾਇਆ। ਇੱਕ ਪਰਮੇਸ਼ਵਰ ਵੱਖ-ਵੱਖ ਤਰ੍ਹਾਂ ਦੇ ਧਰਮ ਕਿੱਦਾਂ ਬਣਾ ਸਕਦਾ? ਇੱਕ ਪਰਮੇਸ਼ਵਰ ਵੱਖ-ਵੱਖ ਤਰ੍ਹਾਂ ਦੀਆਂ ਜਾਤਾਂ ਕਿੱਦਾਂ ਬਣਾ ਸਕਦਾ? ਤਾਂ ਮੇਰੀ ਜਾਤ ਨਾ, ਮੈਂ ਕਹਿ ਲਓ ਮੈਂ ਕੋਈ ਵੀ ਜਾਤ ਦਾ ਜ਼ਿਕਰ ਨਹੀਂ ਕਰਦੀ, ਪਰ ਨਾ ਮੈਂ ਉਹ ਆ ਨਾ ਮੈਂ ਆ, ਪਰ ਮੇਰੀ ਜਾਤ ਉਹੀ ਆ ਜੋ ਪਰਮੇਸ਼ਵਰ ਦੀ ਹੈ। ਮੇਰਾ ਧਰਮ ਉਹੀ ਆ ਜੋ ਪਰਮੇਸ਼ਵਰ ਦਾ ਹੈ। ਮੇਰਾ ਸੁਭਾਅ ਵੀ ਹੁਣ ਉਹੀ ਹੋਣਾ ਚਾਹੀਦਾ ਆ ਜੋ ਪਰਮੇਸ਼ਵਰ ਦਾ। ਤਦ ਮੇਰੀ ਸਟੇਟਮੈਂਟ ਠੀਕ ਸਿੱਧ ਹੋਊਗੀ, ਅਦਰਵਾਈਜ਼ ਮੇਰੀ ਹੀ ਸਟੇਟਮੈਂਟ ਮੈਨੂੰ ਝੂਠਾ ਠਹਿਰਾਊਗੀ। ਤਾਂ ਇਸ ਲਈ ਸਾਨੂੰ ਸਮਝਣਾ ਹੋਊਗਾ ਕਿ ਮੇਰਾ ਧਰਮ ਪਰਮੇਸ਼ਵਰ ਆ। ਮੈਂ ਪਰਮੇਸ਼ਵਰ ਦੀ ਰਚਨਾ ਆ। ਮੇਰਾ ਸੁਭਾਅ ਵੀ ਜਿਹੜਾ ਆ ਉਹ ਪਰਮੇਸ਼ਵਰ ਦੇ ਸੁਭਾਅ ਵਰਗਾ ਹੋਣਾ ਚਾਹੀਦਾ ਹੈ। ਔਰ ਇੱਥੇ ਪ੍ਰਭੂ ਯਿਸੂ ਮਸੀਹ ਨੇ ਡਿਕਲੇਅਰ ਕੀਤਾ ਕਿ ਪਰਮੇਸ਼ਵਰ ਦਾ ਮਸਾ ਜਿਹੜਾ ਆ ਮੇਰੇ ਉੱਤੇ ਆ, ਤੇ ਮੈਂ ਜਿਹੜਾ ਆ ਉਹ ਬੰਦੂਆਂ ਨੂੰ ਛਡਾਉਣ ਦੇ ਲਈ ਤੇ ਅੰਨਿਆਂ ਨੂੰ ਵੇਖਣ ਦੇ ਲਈ, ਤੇ ਪਰਮੇਸ਼ਵਰ ਦਾ ਜਿਹੜਾ ਫਾਈਨਲ ਈਅਰ ਆ ਮੈਂ ਉਹਦਾ ਜਿਹੜਾ ਆ ਪ੍ਰਚਾਰ ਕਰਨ ਦੇ ਲਈ, ਪਰਮੇਸ਼ਵਰ ਦੀ ਮਨਜ਼ੂਰੀ ਦਾ ਜਿਹੜਾ ਵਰਾ ਹੈ ਮੈਂ ਉਹਦਾ ਪ੍ਰਚਾਰ ਜਿਹੜਾ ਆ ਉਹ ਕਰਨ ਦੇ ਲਈ ਆ ਗਿਆ ਆ। ਔਰ ਫਿਰ ਉਹਨੇ ਇੱਥੇ ਪੋਥੀ ਬੰਦ ਕਰਕੇ ਜਿਹੜੀ ਆ ਉਹ ਜਿਹੜਾ ਸੇਵਕ ਸੀ ਉੱਥੇ ਉਹਨੂੰ ਦਿੱਤੀ ਅਤੇ ਬੈਠ ਗਿਆ। ਔਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਹਨਾਂ ਤੇ ਲੱਗੀਆਂ ਹੋਈਆਂ ਸਨ। ਸਭ ਦੇਖ ਰਹੇ ਸੀ ਉਹਨੂੰ ਗੌਰ ਨਾਲ ਕਿ ਇਹ ਕੀ ਬੋਲ ਰਿਹਾ ਯਾਰ, ਇਹਨੇ ਇੱਥੋਂ ਇੰਨਾ ਹੀ ਕਿਉਂ ਪੜ੍ਹਿਆ। ਔਰ ਉਹਨਾਂ ਨੂੰ ਉਸ ਚੀਜ਼ ਦਾ ਅਜੇ ਭੇਤ ਨਹੀਂ ਸੀ, ਕਿਉਂਕਿ ਇਹ ਬਿਗਨਿੰਗ ਸੀਗੀ, ਇਹ ਪ੍ਰਭੂ ਜੀ ਦੀ ਸੇਵਕਾਈ ਦੀ ਬਿਗਨਿੰਗ ਸੀਗੀ। ਸੋ ਫਸਟ ਆਫ ਆਲ
ਅਸੀਂ ਜਿਸ ਗੱਲ ਨੂੰ ਸ਼ੁਰੂ ਕੀਤਾ ਸੀਗਾ ਕਿ ਅਸੀਂ ਦੇਖਦੇ ਹਾਂ ਕਿ ਇੱਕ ਨਵਾਂ ਗਰੁੱਪ ਜਿਹੜਾ ਸ਼ੁਰੂ ਹੋਇਆ ਉਹ ਕੀ ਕਰ ਰਿਹਾ ਆ। ਤਾਂ ਪਰਮੇਸ਼ਵਰ ਦੇ ਅਭਿਸ਼ੇਕ ਕੀਤੇ ਹੋਏ ਜਿਹੜੇ ਆ ਨਾ ਉਹ ਏਦਾਂ ਦੇ ਕੰਮ ਨਹੀਂ ਕਰਦੇ ਕਿ ਹਾਂਜੀ ਜੀ ਤੁਸੀਂ ਸਾਨੂੰ ਜੁਆਇਨ ਕਰ ਲਓ, ਅਸੀਂ ਤੁਹਾਨੂੰ ਸੈਲਰੀ ਵੱਧ ਦਿਆਂਗੇ, ਅਸੀਂ ਤੁਹਾਨੂੰ ਬੈਨੀਫਿਟਸ ਵੱਧ ਦਿਆਂਗੇ। ਤੁਸੀਂ ਕਿਸੇ ਚਰਚ ਦੇ ਕੋਇਰ ਲੀਡਰ ਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੂੰ ਭਈ ਸਾਨੂੰ ਜੁਆਇਨ ਕਰ ਲਾ, ਅਸੀਂ ਤੈਨੂੰ ਅਗਰ ਤੈਨੂੰ 10,000 ਮਿਲਦਾ ਤੇ ਅਸੀਂ ਤੈਨੂੰ 20,000 ਦਵਾ ਦਾਂਗੇ, ਦੇ ਦਿਆਂਗੇ, ਅਸੀਂ ਤੈਨੂੰ 15,000 ਦੇ ਦਿਆਂਗੇ। ਅਗਰ ਤੈਨੂੰ ਘਰ ਜਿਹੜਾ ਆ ਤੂੰ ਕਿਰਾਏ ਤੇ ਰਹਿ ਰਿਹਾ ਤੇ ਅਸੀਂ ਤੇਰੇ ਘਰ ਦਾ ਵੀ ਕਿਰਾਇਆ ਜਿਹੜਾ ਆ ਉਹ ਚੱਕ ਲਾਂਗੇ। ਤੁਸੀਂ ਤਾਂ ਫਸੇ ਹੋਏ ਹੋ, ਇਹ ਚੀਜ਼ ਹੋ। ਤੁਹਾਨੂੰ ਕੀ ਲੱਗਦਾ ਕਿ ਇਹ ਪਰਮੇਸ਼ਵਰ ਦਾ ਕੰਮ ਆ? ਜਿਹੜੇ ਲੋਕੀ ਪਰਮੇਸ਼ਵਰ ਦੇ ਆ, ਉਹ ਤਾਂ ਇੱਕ ਦੂਜੇ ਨੂੰ ਸਪੋਰਟ ਕਰਕੇ ਕੰਮ ਨੂੰ ਵਧਾਉਂਦੇ ਆ ਕਿ ਅਗਰ ਕੋਈ ਘੱਟ ਆ ਤਾਂ ਮੈਂ ਇਹ ਕਹਿੰਦੀ ਕਿ ਦੇਖੋ, ਅਗਰ ਮੇਰੇ ਕੋਲੇ ਕੋਈ EMPLOYE ਆ, ਠੀਕ ਆ? ਤੇ ਮੇਰੇ ਕੋਲੇ ਜਿੰਨੀ ਹਿੰਮਤ ਆ ਮੈਂ ਓਨੀ ਉਹਨਾਂ ਨੂੰ ਸੈਲਰੀ ਜਿਹੜੀ ਆ ਦੇ ਰਹੀ ਹਾਂ। ਮੈਂ ਐਗਜ਼ਾਮਪਲ ਦੇ ਲਈ ਗੱਲ ਕਰ ਰਹੀ ਹਾਂ। ਅਗਰ ਮੇਰੇ ਕੋਲ ਕੋਈ EMPLOYE ਆ, ਮੇਰੇ ਕੋਲ ਜਿੰਨੀ ਹਿੰਮਤ ਆ ਮੈਂ ਉਹਨੂੰ ਓਨੀ ਸੈਲਰੀ ਦੇ ਰਹੀ ਹਾਂ। ਅਗਰ ਵਾਕਿਆ ਹੀ ਤੁਸੀਂ ਸੇਮ ਕੰਮ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਆ, ਤੁਸੀਂ ਵਾਕਿਆ ਹੀ ਕਿਸੇ ਦੀ ਮਦਦ ਕਰਨਾ ਚਾਹੁੰਦੇ, ਵਾਕਿਆ ਹੀ ਤੁਹਾਡੇ ਕੋਲੇ ਬਹੁਤ ਇਨਫ ਆ, ਤਾਂ ਤੁਸੀਂ ਆਓ, ਕਿਉਂ ਨਹੀਂ ਤੁਸੀਂ ਉਹ ਜਿੰਨਾ ਵੱਧ ਉਹਨੂੰ ਉੱਥੇ ਖੜ ਕੇ ਦੇਣਾ, ਤੁਸੀਂ ਇੱਥੇ ਹੀ ਮੈਨੂੰ ਦਿਓ, ਮੈਂ ਉਹਨਾਂ ਨੂੰ ਦੇ ਦੇਵਾਂ। ਜਾਂ ਤੁਸੀਂ ਕਹੋ ਕਿ ਬਾਕੀ ਦਾ ਜਿੰਨਾ ਇਹਨਾਂ ਦਾ ਘੱਟ ਆ, ਸਾਨੂੰ ਇਹਨਾਂ ਦੇ ਅਕਾਊਂਟ ਨੰਬਰ ਦੇ ਦਿਓ, ਅਸੀਂ ਇਹਨਾਂ ਦੇ ਵਿੱਚ ਜਿਹੜੇ ਆ ਇਹਨਾਂ ਨੂੰ ਕੰਟਰੀਬਿਊਟ ਕਰ ਦਿੰਦੇ ਆ। ਅਗਰ ਵਾਕਿਆ ਹੀ ਤੁਸੀਂ ਕੰਮ ਨੂੰ ਵਧਾਉਣਾ ਚਾਹੁੰਦੇ ਹੋ, ਪਰਮੇਸ਼ਵਰ ਦੇ ਕੰਮ ਨੂੰ ਵਧਾਉਣਾ ਹੀ ਤੁਹਾਡਾ ਮਕਸਦ ਹੈ, ਤਾਂ ਤੁਸੀਂ ਕਿਸੇ ਦੀਆਂ ਲੱਤਾਂ ਕਿਉਂ ਖਿੱਚਦੇ ਹੋ? ਤੁਸੀਂ ਉਸ ਮਿਨਿਸਟਰੀ ਨੂੰ ਸਪੋਰਟ ਕਰ ਦਿਓ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰਮੇਸ਼ਵਰ ਦਾ ਹੀ ਕੰਮ ਕਰਨਾ ਹੈ, ਔਰ ਤੁਸੀਂ ਕਹਿ ਰਹੇ ਹੋ ਕਿ ਬਾਕੀ ਵੀ ਪਰਮੇਸ਼ਵਰ ਦਾ ਕੰਮ ਕਰ ਰਹੇ ਤੇ ਅਸੀਂ ਵੀ ਪਰਮੇਸ਼ਵਰ ਦਾ ਕੰਮ ਕਰ ਰਹੇ, ਇਹਦਾ ਮਤਲਬ ਤੁਸੀਂ ਵੀ ਸੇਮ ਕੰਪਨੀ ਦੇ ਵਰਕਰ ਹੋ ਤੇ ਅਸੀਂ ਵੀ ਸੇਮ ਕੰਪਨੀ ਦੇ ਵਰਕਰ ਆ। ਤੇ ਅਗਰ ਕਿਸੇ ਬਾਹਰੋਂ ਕਿਸੇ ਨੇ ਸਪੋਰਟ ਕਰਨੀ ਹੈ ਤਾਂ ਕੰਪਨੀ ਨੂੰ ਸਪੋਰਟ ਕਰ ਦੇਵੇ। ਤਾਂ ਇਹ ਤਾਂ ਪਰਮੇਸ਼ਵਰ ਦੇ ਕੰਮ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ ਆ ਕਿ ਅਸੀਂ ਕਿਸੇ ਦੇ EMPLOYEES ਨੂੰ ਜਿਹੜਾ ਆ ਉਹ ਡਿਸਟਰਬ ਕਰ ਰਹੇ ਆ, ਅਸੀਂ ਕਿਸੇ ਦੀ ਚਰਚ ਨੂੰ ਜਿਹੜਾ ਆ ਉਹ ਡਿਸਟਰਬ ਕਰ ਰਹੇ ਆ। ਔਰ ਇਹਨਾਂ ਦਿਨਾਂ ਦੇ ਵਿੱਚ ਇਹ ਸ਼ੋਰ ਜਿਹੜਾ ਆ ਨਾ ਇਹ ਮੱਚਿਆ ਹੋਇਆ ਹੈ, ਚਾਰ ਚੁਫੇਰੇ ਇਹ ਸ਼ੋਰ ਜਿਹੜਾ ਆ ਮੱਚਿਆ ਹੋਇਆ। ਕੁਝ ਵੀ ਕਰਕੇ ਉਹ ਲੋਕਾਂ ਨੂੰ ਮੈਂ ਤੁਹਾਨੂੰ ਇਹ ਵੀ ਕਹਾਂਗੀ ਕਿ ਮਿਲਣਾ ਤੁਹਾਨੂੰ ਕੁਛ ਨਹੀਂ, ਦੇਣੇ ਕੋਈ ਤੁਹਾਡੀ ਸੈਲਰੀ ਨਹੀਂ ਉਹਨਾਂ ਨੇ ਵਧਾਉਣੀ, ਕੋਈ ਕੁਛ ਨਹੀਂ ਕਰਨਾ। ਉਹਨਾਂ ਨੇ ਤੁਹਾਡਾ ਹਾਲ ਧੋਬੀ ਦੇ ਕੁੱਤੇ ਵਾਲਾ ਕਰ ਦੇਣਾ, ਨਾ ਘਰ ਦੇ ਤੇ ਨਾ ਘਾਟ ਦੇ। ਉਹਨਾਂ ਨੇ ਤੁਹਾਨੂੰ ਸਿਰਫ ਉਸ ਥਾਂ ਤੋਂ ਕੱਢਣਾ ਆ ਔਰ ਤੁਹਾਨੂੰ ਇੱਕ ਬਲੈਕਮੇਲ ਕਰਨ ਵਾਲੀ ਲਿਸਟ ਦੇ ਵਿੱਚ ਪਾ ਦੇਣਾ ਆ, ਜਿਹਦੇ ਵਿੱਚ ਬਾਰ-ਬਾਰ ਇਹੀ ਕਿਹਾ ਜਾਣਾ ਕਿ ਜੇ ਤੂੰ ਛੱਡ ਕੇ ਗਿਆ ਤੇਰੇ ਉੱਤੇ ਕਰਸ ਆ, ਜੇ ਤੂੰ ਕਰਕੇ ਗਿਆ ਤੇਰੇ ਉੱਤੇ ਆ। ਪਰ ਜਿਹਦੇ ਉੱਤੇ ਪਰਮੇਸ਼ਵਰ ਦਾ ਅਭਿਸ਼ੇਕ ਆ, ਇਹ ਉਹਦਾ ਸੁਭਾਅ ਨਹੀਂ ਹੋ ਸਕਦਾ। ਇਹ ਬਿਲਕੁਲ ਵੀ ਉਹਦਾ ਸੁਭਾਅ ਕਦੀ ਨਹੀਂ ਹੋ ਸਕਦਾ। ਉਹਦਾ ਸੁਭਾਅ ਪ੍ਰਭੂ ਯਿਸੂ ਮਸੀਹ ਨੂੰ ਚੇਲਿਆਂ ਨੇ ਕਿਹਾ, ਕਹਿੰਦਾ ਉਹ ਸਾਡੇ ਨਾਲ ਨਹੀਂ ਆ, ਪਰ ਉਹ ਤੇਰਾ ਨਾਮ ਲੈ ਕੇ ਜਿਹੜਾ ਆ ਕੰਮ ਕਰਦੇ ਆ। ਪਰ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕਿਹਾ? ਕਹਿੰਦਾ ਜਿਹੜਾ ਸਾਡੇ ਵਰਗੇ ਕੰਮ ਕਰਦਾ ਆ ਤੇ ਮੇਰੇ ਨਾਂ 'ਚ ਕੰਮ ਕਰਦਾ, ਉਹ ਆਪਣੇ ਨਾਲ ਹੀ ਆ। ਸੋ ਉਹਨੇ ਕਿਹਾ ਉਹ ਸਾਡੇ ਨਾਲ ਹੀ ਆ। ਉਹਨੇ ਉਹਨਾਂ ਨੂੰ ਡਿਸਟਰਬ ਨਹੀਂ ਕੀਤਾ, ਉਹਨਾਂ ਨੂੰ ਉਹਨੂੰ ਰੋਕਿਆ ਨਹੀਂ, ਪਰ ਉਹਨੇ ਕਿਹਾ ਉਹ ਵੀ ਸਾਡੇ ਨਾਲ ਦਾ ਹੀ ਹੈ। ਪਰ ਇੱਥੇ ਡਿਸਟਰਬ ਕਰਨ ਦੀ, ਖਰਾਬ ਕਰਨ ਦੀ, ਰੂਹਾਂ ਨੂੰ ਨਾਸ਼ ਕਰਨ ਦੀ ਜਿਹੜੀ ਆ ਉਹ ਪਲੈਨਿੰਗ ਹੋ ਰਹੀ ਹੈ। ਸੋ ਇਸ ਚੀਜ਼ ਤੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਅਭਿਸ਼ੇਕ ਕਹਿਣ ਨਾਲ ਅਭਿਸ਼ੇਕ ਨਹੀਂ ਹੁੰਦਾ। ਅਭਿਸ਼ੇਕ ਜਦੋਂ ਪਰਮੇਸ਼ਵਰ ਦਾ ਕਿਸੇ ਦੇ ਜੀਵਨ ਦੇ ਵਿੱਚ ਆਉਂਦਾ ਆ, ਤਦ ਉਹ ਅਭਿਸ਼ੇਕ ਕੰਮ ਕਰਦਾ ਹੋਇਆ ਨਜ਼ਰ ਆਉਂਦਾ ਹੈ। ਉਹ ਅਭਿਸ਼ੇਕ ਨਜ਼ਰ ਆਉਣਾ ਚਾਹੀਦਾ ਹੈ ਕਿ ਹਾਂ ਬਈ ਵਾਕਈ ਇਸ ਇਨਸਾਨ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਆ। ਦੇਖੋ ਇਹਦੀ ਨਿਮਰਤਾ ਨੂੰ, ਦੇਖੋ ਇਹਦੇ ਜੀਵਨ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਆ। ਪਰਮੇਸ਼ਵਰ ਦੇ ਅਭਿਸ਼ੇਕ ਨੇ ਇਹਨੂੰ ਨਿਮਰਤਾ ਬਖਸ਼ੀ ਆ। ਇਹ ਸਭਨਾਂ ਦੇ ਨਾਲ ਪਿਆਰ ਕਰਦਾ ਆ। ਮਨ ਵਿੱਚ ਗੁੰਡਾਗਰਦੀਆਂ, ਮਨ ਦੇ ਵਿੱਚ ਹੇਰਾ-ਫੇਰੀਆਂ, ਮਨ ਦੇ ਵਿੱਚ ਪਲੈਨਿੰਗਸ ਕਿ ਕਿਸੇ ਨੂੰ ਲੁੱਟਣਾ ਕਿਵੇਂ ਆ, ਮਨ ਦੇ ਵਿੱਚ ਪਲੈਨਿੰਗਸ ਕਿ ਇਹ ਤੁਰੇ ਜਾਂਦੇ ਨੂੰ ਸੁੱਟਣਾ ਕਿਵੇਂ ਆ, ਮਨ ਦੇ ਵਿੱਚ ਪਲੈਨਿੰਗ ਕਿ ਸਾਡੇ ਨਾਲ ਕੋਈ ਅੱਗੇ ਨਾ ਲੰਘ ਜਾਏ, ਮਨ ਦੇ ਵਿੱਚ ਪਲੈਨਿੰਗ ਕਿ ਸਭ ਕੁਝ ਇਹਦਾ ਹੜੱਪ ਜਾਈਏ। ਤੇ ਮਤਲਬ ਫਿਰ ਚਿਹਰੇ ਦੇ ਉੱਤੇ ਨਕਾਬ ਪਾਉਣ ਦੇ ਨਾਲ ਅਸੀਂ ਅਭਿਸ਼ਿਕਤ ਨਹੀਂ ਹੋ ਜਾਂਦੇ। ਚਿਹਰੇ ਦੇ ਉੱਤੇ ਜਾਂ ਮੂੰਹ ਤੋਂ ਅਭਿਸ਼ੇਕ ਕਹਿਣ ਦੇ ਨਾਲ, ਮੰਨ ਲਓ ਮੈਂ ਮਾਲਾ ਵੀ ਫੇਰੀ ਜਾਵਾਂ ਕਿ ਅਭਿਸ਼ੇਕ, ਮੈਂ ਆਪਣਾ ਨਾਮ ਵੀ ਅਭਿਸ਼ੇਕ ਰੱਖ ਲਵਾਂ, ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਅਭਿਸ਼ਿਕਤ ਹੋ ਗਈ ਹਾਂ। ਅਗਰ ਪਰਮੇਸ਼ਵਰ ਮੇਰੇ ਜੀਵਨ ਦੇ ਵਿੱਚ ਆ, ਅਗਰ ਪਰਮੇਸ਼ਵਰ ਦਾ ਅਭਿਸ਼ੇਕ ਮੇਰੇ ਜੀਵਨ ਦੇ ਵਿੱਚ ਆ, ਮੈਨੂੰ ਨਾ ਤਾਂ ਆਪਣਾ ਨਾਮ ਅਭਿਸ਼ੇਕ ਰੱਖਣ ਦੀ ਜ਼ਰੂਰਤ ਆ, ਨਾ ਮੈਨੂੰ ਅਭਿਸ਼ੇਕ ਕਰਨ ਦੀ ਜ਼ਰੂਰਤ ਆ। ਮੇਰੇ ਕੰਮ ਪਰਮੇਸ਼ਵਰ ਦੇ ਅਭਿਸ਼ੇਕ ਨੂੰ ਜ਼ਾਹਿਰ ਕਰਨਗੇ।
ਮੇਰੇ ਮੇਰੇ ਹਾਵ ਭਾਵ ਪਰਮੇਸ਼ਵਰ ਦੇ ਅਭਿਸ਼ੇਕ ਨੂੰ ਜ਼ਾਹਿਰ ਕਰਨਗੇ। ਕੋਈ ਮੇਰੇ ਨੇੜੇ ਆਊਗਾ ਨਾ, ਪਰਮੇਸ਼ਵਰ ਦਾ ਅਭਿਸ਼ੇਕ ਆਪੇ ਹੀ ਉਹਨੂੰ ਟੱਚ ਕਰੂਗਾ, ਤਦ ਪਤਾ ਲੱਗੂਗਾ ਕਿ ਪਰਮੇਸ਼ਵਰ ਦਾ ਅਭਿਸ਼ੇਕ ਮੇਰੇ ਜੀਵਨ 'ਚ ਕੰਮ ਕਰਦਾ ਆ। ਪਰ ਅਗਰ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਨਹੀਂ ਹੈ, ਤੇ ਮੈਂ ਇਹ ਕਵਾਂ ਕਿ ਮੇਰੇ ਉੱਤੇ ਬਹੁਤ ਅਭਿਸ਼ੇਕ ਆ, ਮੇਰੇ ਉੱਤੇ ਬਹੁਤ ਅਭਿਸ਼ੇਕ ਆ, ਪਰ ਮੇਰੇ ਜੀਵਨ ਦੇ ਵਿੱਚ ਉਹ ਚੀਜ਼ ਹੈ ਹੀ ਨਹੀਂ, ਤੇ ਲੋਕੀ ਵੀ ਸਮਝ ਜਾਣਗੇ ਕਿ ਹੈ ਨਹੀਂ ਆ। ਸਿਰਫ ਇਹ ਜਿਹੜਾ ਆ ਆਪਣੇ ਮੂੰਹੋਂ ਤੁਰੀ ਵਜਾਈ ਜਾ ਰਹੀ ਆ। ਤਾਂ ਪਰਮੇਸ਼ਵਰ ਦਾ ਜਿਹੜਾ ਅਭਿਸ਼ੇਕ ਆ, ਉਹ ਬੰਦੂਆਂ ਨੂੰ ਛੁੱਟਣ ਦਾ ਪ੍ਰਚਾਰ ਕਰਨਾ ਆ। ਲੋਕਾਂ ਨੂੰ ਸਰਾਪ ਦੇਣਾ ਨਹੀਂ ਆ, ਲੋਕਾਂ ਨੂੰ ਗੁੰਮਰਾਹ ਕਰਨਾ ਨਹੀਂ ਆ। ਗਲਤ ਸਿੱਖਿਆ ਦੇ ਕੇ, ਆਪਣੇ ਮਨ ਦੇ ਅਨੁਸਾਰ ਸਿੱਖਿਆ ਦੇ ਕੇ, ਵਚਨ ਨੂੰ ਤੋੜ ਮਰੋੜ ਕੇ, ਬਾਣੀ ਨੂੰ ਇੱਧਰ ਉੱਧਰ ਕਰਕੇ, ਘੁਮਾ ਫਿਰਾ ਕੇ ਕਿਸੇ ਨੂੰ ਮੈਨੂਪਲੇਟ ਕਰਨਾ, ਇਹ ਅਭਿਸ਼ੇਕ ਨਹੀਂ ਆ। ਇਹ ਪਰਮੇਸ਼ਵਰ ਦਾ ਮਸਾ ਨਹੀਂ ਆ, ਇਹ ਡਾਰਕਨੈਸ ਦਾ ਮਸਾ ਹੈ। ਡਾਰਕਨੈਸ ਦੇ ਇਹ ਕੰਮ ਆ, ਇਹ ਲਾਈਟ ਦੇ ਕੰਮ ਨਹੀਂ ਆ। ਤਾਂ ਲਾਈਟ ਦਾ ਕੰਮ ਆ ਇਨਲਾਈਟਨ ਕਰਨਾ। ਲਾਈਟ ਦਾ ਕੰਮ ਆ ਦੂਜਿਆਂ ਨੂੰ ਵੀ ਚਾਨਣ ਦੇ ਵਿੱਚ ਲੈ ਕੇ ਆਉਣਾ। ਪਰ ਤੁਸੀਂ ਚਾਨਣ ਵਿਚਲਿਆਂ ਨੂੰ ਹਨੇਰੇ ਵਿੱਚ ਖਿੱਚ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਮਸਾ ਨਹੀਂ ਹੋ ਸਕਦਾ। ਕਿਸੇ ਨੂੰ ਮੈਂਟਲੀ ਟਾਰਚਰ ਕਰ ਰਹੇ ਹੋ, ਇਹ ਪਰਮੇਸ਼ਵਰ ਦਾ ਮਸਾ ਨਹੀਂ ਆ। ਕਿਸੇ ਦੇ ਜੀਵਨ ਦੀ ਸ਼ਾਂਤੀ ਨੂੰ ਤੁਸੀਂ ਖਤਮ ਕਰ ਰਹੇ ਹੋ, ਇਹ ਪਰਮੇਸ਼ਵਰ ਦਾ ਮਸਾ ਨਹੀਂ ਹੋ ਸਕਦਾ। ਤੁਸੀਂ ਕਿਸੇ ਨੂੰ ਬਲੈਕਮੇਲ ਕਰ ਰਹੇ ਹੋ, ਇਹ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਰਮੇਸ਼ਵਰ ਦਾ ਮਸਾ ਕੀਤੇ ਹੋਏ ਇਨਸਾਨ ਹੋ, ਇਹ ਕਦੀ ਵੀ ਪਰਮੇਸ਼ਵਰ ਦਾ ਮਸਾ ਨਹੀਂ ਹੋ ਸਕਦਾ। ਤੁਹਾਡੇ ਅੰਦਰ ਮਾਫ ਕਰਨ ਦੀ ਹਿੰਮਤ ਨਹੀਂ, ਇਹ ਪਰਮੇਸ਼ਵਰ ਦਾ ਮਸਾ ਨਹੀਂ ਹੋ ਸਕਦਾ। ਤਾਂ ਸਾਨੂੰ ਸਮਝਣਾ ਹੋਊਗਾ ਅਭਿਸ਼ੇਕ ਕੀ ਆ, ਮਸਾ ਕੀ ਆ, ਅਨੋਇੰਟਿੰਗ ਕੀ ਆ। ਔਰ ਜਿਹਦੇ ਉੱਤੇ ਪਰਮੇਸ਼ਵਰ ਦਾ ਮਸਾ ਆ, ਉਹਦੇ ਉੱਤੇ ਪਰਮੇਸ਼ਵਰ ਦੀ ਸਾਮਰਥ ਆ। ਜਿਹਦੇ ਉੱਤੇ ਪਰਮੇਸ਼ਵਰ ਦਾ ਮਸਾ ਆ, ਉਹਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਫੇਵਰ ਆ, ਪਰਮੇਸ਼ਵਰ ਦਾ ਫੇਵਰ ਆ। ਉਹ ਜਿੱਧਰ ਨੂੰ ਵੀ ਜਾਂਦਾ ਆ, ਪਰਮੇਸ਼ਵਰ ਦਾ ਪੱਖ ਉਹਨੂੰ ਮਿਲਦਾ ਆ। ਪਰਮੇਸ਼ਵਰ ਨੇ ਉਹਦੇ ਰਾਹਾਂ ਨੂੰ ਜਿਹੜਾ ਆ ਉਹ ਪੱਧਰਿਆ ਕੀਤਾ ਆ। ਸੋ ਉਹ ਪਰਮੇਸ਼ਵਰ ਦੇ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਦਾ ਹੈ। ਜਿਹਦੇ ਉੱਤੇ ਪਰਮੇਸ਼ਵਰ ਦਾ ਮਸਾ ਆ, ਉਹਨੇ, ਕਿਉਂਕਿ ਪਰਮੇਸ਼ਵਰ ਦਾ ਮਸਾ ਸੇਮ ਆ, ਉਹਨੇ ਉਹ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਨਾ ਆ। ਅੰਤਲੇ ਸਮੇਂ ਦਾ ਪ੍ਰਚਾਰ ਕਰਨਾ ਕਿ ਆਪਣੇ ਆਪ ਨੂੰ ਸੁਧਾਰੋ, ਤਾਂ ਜੋ ਤੁਸੀਂ ਨਾਸ਼ ਨਾ ਹੋਵੋ, ਪਰ ਸਦਾ ਦਾ ਜੀਵਨ ਪਾਓ। ਤਾਂ ਜੋ ਉਸ ਜਜਮੈਂਟ ਦੇ ਵਿੱਚ, ਦਾ ਡੇ ਆਫ ਜਿਹੜਾ ਜਜਮੈਂਟ ਆ, ਉਹਦੇ ਵਿੱਚ ਅਸੀਂ ਠੀਕ ਸਿੱਧ ਹੋ ਸਕੀਏ। ਉਸ ਦਿਨ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਸੱਜੇ ਹੱਥ ਜਿਹੜਾ ਆ ਉਹ ਖੜੇ ਹੋ ਸਕੀਏ। ਅਸੀਂ ਉਸ ਦਿਨ ਦਾ ਪ੍ਰਚਾਰ ਕਰਨਾ, ਉਸ ਦਿਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ। ਆਪਣੇ ਪਰਿਵਾਰ ਵਿੱਚ ਕਿੱਦਾਂ ਰਹਿਣਾ, ਅਸੀਂ ਇਸ ਚੀਜ਼ ਨੂੰ ਸਿੱਖਣਾ। ਆਪਣੇ ਸੰਸਾਰ ਵਿੱਚ ਪਰਮੇਸ਼ਵਰ ਨੂੰ ਮੰਨਦੇ ਹੋਇਆ ਕਿੱਦਾਂ ਅਸੀਂ ਠੀਕ ਚੱਲਣਾ, ਅਸੀਂ ਉਸ ਚੀਜ਼ ਨੂੰ ਜਿਹੜਾ ਆ ਪ੍ਰੂਵ ਕਰਨਾ ਆ। ਤਾਂ ਇਹ ਪਰਮੇਸ਼ਵਰ ਦਾ ਮਸਾ ਆ। ਸੋ ਕਿਸੇ ਦੇ ਵੱਸ ਦੇ ਘਰਾਂ ਨੂੰ ਖਰਾਬ ਕਰਨਾ ਪਰਮੇਸ਼ਵਰ ਦਾ ਮਸਾ ਨਹੀਂ ਆ। ਚੁਗਲੀ ਨਿੰਦਿਆ ਕਰਕੇ ਕਿਸੇ ਦੇ ਘਰ ਵਿੱਚ ਲੜਾਈ ਪਾਉਣਾ, ਇਹ ਪਰਮੇਸ਼ਵਰ ਦਾ ਮਸਾ ਨਹੀਂ ਹੈ। ਦੇਖੋ, ਮੈਂ ਸਿਰਫ ਕਿਸੇ ਇੱਕ ਗਰੁੱਪ ਦੀ ਗੱਲ ਨਹੀਂ ਕਰਦੀ, ਪਰ ਬਹੁਤ ਸਾਰੇ ਲੋਕ ਆ ਜਿਹੜੇ ਜੀਵਿਤ ਚਰਚਾ ਨੂੰ ਜਾ ਰਹੇ ਆ, ਔਰ ਪਰਮੇਸ਼ਵਰ ਦੇ ਸੱਚੇ ਠਹਿਰਾਏ ਹੋਏ ਅਭਿਸ਼ਿਕਤ ਲੋਕਾਂ ਦੀ ਅਧੀਨਗੀ ਦੇ ਵਿੱਚ ਜਿਹੜਾ ਆ, ਅਧੀਨਗੀ ਵਿੱਚ ਤਾਂ ਖੈਰ ਉਹ ਨਹੀਂ ਕਹਿ ਸਕਦੇ, ਉਹਨਾਂ ਦੇ ਦੁਆਰਾ ਪਰਮੇਸ਼ਵਰ ਦੀਆਂ ਟੀਚਿੰਗਸ ਨੂੰ ਸੁਣ ਰਹੇ ਆ, ਪਰ ਉਹਨਾਂ ਨੂੰ ਫੋਲੋ ਬਿਲਕੁਲ ਨਹੀਂ ਕਰ ਰਹੇ। ਉਹ ਜਾ ਰਹੇ ਆ ਅੱਛੀ ਚਰਚਿਸ ਨੂੰ, ਸੁਣ ਰਹੇ ਆ ਅੱਛੇ ਪ੍ਰਚਾਰਕਾਂ ਨੂੰ, ਪਰ ਜੀਵਨ ਨਹੀਂ ਬਦਲ ਰਿਹਾ। ਕਿਉਂ? ਕਿਉਂਕਿ ਉਹ ਰਿਸੀਵ ਨਹੀਂ ਕਰ ਰਹੇ ਉਸ ਚੀਜ਼ ਨੂੰ। ਅਜੇ ਉਹਨਾਂ ਨੇ ਚੁਗਲੀਆਂ ਕਰਨੀਆਂ ਨਹੀਂ ਛੱਡੀਆਂ, ਅਜੇ ਉਹਨਾਂ ਨੇ ਵਿਭਾਚਾਰ ਕਰਨਾ ਨਹੀਂ ਛੱਡਿਆ, ਅਜੇ ਉਹਨਾਂ ਨੇ ਨਸ਼ੇ ਪੱਤੇ ਕਰਨੇ ਨਹੀਂ ਛੱਡੇ, ਅਜੇ ਉਹਨਾਂ ਨੇ ਲੜਾਈ ਝਗੜੇ ਕਰਨੇ ਨਹੀਂ ਛੱਡੇ। ਤਾਂ ਪਰ ਤੁਸੀਂ ਪਾਈਆਂ ਹੋ ਸਕਦੀਆਂ ਸੇਵਾਦਾਰਾਂ ਦੀਆਂ ਵਰਦੀਆਂ, ਤੁਸੀਂ ਪਾਏ ਹੋ ਸਕਦੇ ਆ ਚਿੱਟੇ ਸੂਟ, ਤੁਸੀਂ ਪਾਏ ਹੋ ਸਕਦੇ ਚਿੱਟੇ ਗਾਊਨ। ਮਤਲਬ ਦੇਖੋ, ਵਾਈਟ ਡਰੈਸ ਪਾ ਲੈਣ ਦੇ ਨਾਲ ਚਰਚ ਦੇ ਵਿੱਚ, ਮਤਲਬ ਸਾਡੀ ਚਰਚ ਦੇ ਵਿੱਚ ਵੀ ਡਿਫਰੈਂਟ ਡਰੈਸਿਸ ਆ। ਕੋਈ ਵੀ ਚਰਚ ਆ ਜਾਂ ਕੋਈ ਵੀ ਸੰਸਥਾ ਆ, ਉੱਥੇ ਅਸੀਂ ਚਿੱਟੇ ਕੱਪੜੇ ਪਾ ਲੈਣ ਦੇ ਨਾਲ ਅਸੀਂ ਚਿੱਟੇ ਨਹੀਂ ਹੋ ਜਾਂਦੇ। ਇੱਕ ਮਤਲਬ ਕਹਾਵਤ ਆ ਨਾ, ਕਹਿੰਦਾ ਚਿੱਟੇ ਬੰਗਲੇ ਕਾਲੇ ਮੋਰ, ਉਹ ਵੀ ਚੋਰ ਤੇ ਉਹ ਵੀ ਚੋਰ। ਤਾਂ ਮਤਲਬ ਸਮਟਾਈਮਜ਼ ਅਸੀਂ ਏਦਾਂ ਸੋਚਦੇ ਆ ਕਿ ਅਸੀਂ ਪਹਿਰਾਵਾ ਬਦਲ ਲਿਆ ਤੇ ਅਸੀਂ ਠੀਕ ਹੋ ਗਏ। ਦੇਖੋ, ਪਹਿਰਾਵਾ ਬਦਲਣ ਦੇ ਨਾਲ ਅਸੀਂ ਠੀਕ ਨਹੀਂ ਹੁੰਦੇ, ਅਸੀਂ ਮਨ ਦੇ ਨਾਲ ਠੀਕ ਹੁੰਦੇ ਆ। ਸਾਡਾ ਮਨ ਬਦਲਣਾ ਚਾਹੀਦਾ, ਸਾਡਾ ਮਨ ਚਿੱਟਾ ਹੋਣਾ ਚਾਹੀਦਾ। ਨਾ ਤੁਹਾਡੇ ਚਮੜੀ ਦਾ ਰੰਗ ਚਿੱਟਾ ਤੁਹਾਨੂੰ ਚੰਗਾ ਸਿੱਧ ਕਰਦਾ ਹੈ ਕਿ ਹਾਂ ਵੀ ਤੁਸੀਂ ਬੜੇ ਗੋਰੇ ਚਿੱਟੇ ਆ, ਤੇ ਇਹਦਾ ਮਤਲਬ ਕਿ ਤੁਸੀਂ ਜਿਹੜਾ ਆ ਬਹੁਤ ਪਵਿੱਤਰ ਆ, ਜਾਂ ਤੁਸੀਂ ਚਿੱਟੇ ਕੱਪੜੇ ਪਾਏ ਹੋਏ ਆ ਤੇ ਤੁਸੀਂ ਬਹੁਤ ਪਵਿੱਤਰ ਆ। ਨਹੀਂ, ਤੁਹਾਡਾ ਮਨ ਕਿੰਨਾ ਪਵਿੱਤਰ ਆ, ਤੁਹਾਡੀਆਂ ਸੋਚਾਂ ਕਿੰਨੀਆਂ ਪਵਿੱਤਰ ਆ, ਤੁਹਾਡੇ ਖਿਆਲ ਕਿੰਨੇ ਪਵਿੱਤਰ ਆ। ਸਾਨੂੰ ਇਹ ਚੀਜ਼ ਜਿਹੜੀ ਆ ਨਾ, ਇਹ ਪਵਿੱਤਰਤਾਈ ਦੇ ਵਿੱਚ ਲੈ ਕੇ ਆਉਂਦੀ, ਇਹੀ ਸਾਡੀ ਪਵਿੱਤਰਤਾਈ ਨੂੰ ਸਿੱਧ ਕਰਦੀ ਆ। ਕੱਪੜਿਆਂ ਦੇ ਰੰਗ ਜਿਹੜੇ ਆ ਨਾ, ਉਹ ਪਵਿੱਤਰਤਾਈ ਨੂੰ ਸਿੱਧ ਨਹੀਂ ਕਰਦੇ। ਹਾਂ, ਵਾਈਟ ਕਲਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਅੱਛੀ ਫੀਲਿੰਗ ਦਿੰਦਾ ਆ, ਇੱਕ ਪੀਸਫੁਲ ਫੀਲਿੰਗ ਦਿੰਦਾ ਆ। ਔਰ ਵਾਈਟ ਬੈਸਟ ਆ, ਪਹਿਨੋ,
ਤੁਹਾਡਾ ਫੇਵਰਟ ਆ ਤੇ ਪਹਿਨੋ, ਤੁਹਾਨੂੰ ਨਹੀਂ ਪਸੰਦ ਤੇ ਨਾ ਪਹਿਨੋ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਗਰ ਵਾਈਟ ਕਲਰ ਨਹੀਂ ਪਹਿਨਿਆ ਤਾਂ ਤੁਸੀਂ ਸਵਰਗ ਨੂੰ ਨਹੀਂ ਜਾਣਾ। ਤੁਸੀਂ ਵਾਈਟ ਹੀ ਪਾ ਕੇ ਸਵਰਗ ਨੂੰ ਜਾਣਾ। ਤਾਂ ਏਦਾਂ ਦੀ ਕੋਈ ਕੰਡੀਸ਼ਨ ਨਹੀਂ ਆ। ਇਹ ਮਨ ਦੀ ਅਵਸਥਾ ਆ। ਤੁਸੀਂ ਮਨ ਨੂੰ ਕਿਸ ਪਾਸੇ